very warm welcome to this online sermon from Emmanuel Church, Handsworth, Birmingham, UK. May you be blessed as you listen to the preaching of God's Word. Sometimes life hits us in waves. कई दफ़ा ज़िंदगी सानू बड़े बुरे तरीके नाल मारदी है And not just one wave, इक्को तरीके नाल नहीं many waves. बहुत सारिया जगह तो सानू जिंदगी मारदी है So let me ask you this morning, ਅੱਜ ਸਵੇਰੇ ਤੁਹਾਨੂੰ ਪੁੱਛੀਏ are you riding the wave ਕਿ ਤੁਸੀਂ ਸਹਾਰ ਰਹੇ ਹੈਗੇ ਆ or is the wave riding you? ਜਾਂ ਕੀ ਜਿਹੜਾ ਰਸਤਾ ਹੈਗਾ ਮੁਸ਼ਕਲਾਂ ਦਾ ਰਸਤਾ ਉਹ ਤੁਹਾਨੂੰ ਚਲਾ ਰਿਹਾ ਹੈਗਾ Different types of waves, ਬਹੁਤ ਰਾਹ ਹੈਗੇ ਆ trouble at home, ਘਰ ਦੀ ਮੁਸ਼ਕਲ pressures from work, ਕੰਮ ਤੇ ਬਹੁਤ ਜਗ੍ਹਾ family relationships breaking down, ਪਰਿਵਾਰ ਵਿੱਚ ਰਿਸ਼ਤੇਦਾਰੀ ਟੁੱਟੀ ਜਾਂਦੀ ਹੈਗੀ ਆ loss of a loved one. ਤੁਹਾਡਾ ਕੋਈ ਅਜ਼ੀਜ਼ ਗੁਜ਼ਰ ਗਿਆ What do you do when you face these problems? ਜਦੋਂ ਪਹਾੜ ਹੁੰਦੇ ਮੁਸ਼ਕਲਾਂ ਆਉਂਦੀਆਂ ਕੀ ਕਰਦੇ ਅਸੀਂ And what do you do when the people that you love and you cherish so much, they turn against you? ਜਿਹਨਾਂ ਲੋਕਾਂ ਨੂੰ ਤੁਸੀਂ ਪਿਆਰ ਕਰਦੇ ਜਿਹਨਾਂ ਲੋਕਾਂ ਦੇ ਵੱਲ ਤੁਸੀਂ ਤੱਕਦੇ ਦੇਖਦੇ ਹੈਗੇ ਤੁਹਾਡਾ ਸਹਾਰਾ ਹੈਗੇ ਆ ਉਹ ਜਦੋਂ ਤੁਹਾਨੂੰ ਹਰਾ ਦੇ ਉਹ ਜਦੋਂ ਤੁਹਾਨੂੰ ਛੱਡ ਕੇ ਚਲੇ ਜਾਂਦੇ ਫਿਰ ਤੁਸੀਂ ਕੀ ਕਰਦੇ ਆ When someone you love becomes the source of your pain. ਜਿਹਨੂੰ ਤੁਸੀਂ ਬੇਹੱਦ ਪਿਆਰ ਕਰਦੇ ਆ ਉਹੀ ਜਦੋਂ ਤੁਹਾਡਾ ਬੇਹੱਦ ਤੋਂ ਜ਼ਿਆਦਾ ਦੁਸ਼ਮਣ ਬਣ ਜਾਂਦਾ ਹੈਗਾ ਫਿਰ ਕੀ ਕਰਦੇ ਆ Maybe you can relate to this. ਹੋ ਸਕਦਾ ਤੁਸੀਂ ਸਮਝੋ ਇਸ ਗੱਲ ਨੂੰ Maybe for those who have children, your children have grown up and they've rebelled against you. ਹੋ ਸਕਦਾ ਜਿਹਨਾਂ ਦੇ ਬੱਚੇ ਵੱਡੇ ਹੈਗੇ ਤੁਹਾਡੇ ਬੱਚੇ ਵੱਡੇ ਹੋਏ ਆ ਔਰ ਬੱਚੇ ਬਲਵਾ ਕਰਦੇ ਆਪਣੀ ਮਰਜ਼ੀ ਕਰਦੇ ਹੈਗੇ ਤੁਹਾਨੂੰ ਦੁੱਖ ਪਹੁੰਚਦਾ You know, your children who you raise so lovingly and you've done all you can to teach them the right things, they've just gone into the world. ਜਿਹਨਾਂ ਬੱਚਿਆਂ ਨੂੰ ਤੁਸੀਂ ਪਾਲਿਆ ਪੋਸਿਆ ਹੈਗਾ ਉਹਨਾਂ ਨੂੰ ਅੱਛੀ ਸਿੱਖਿਆ ਦਿੱਤੀ ਹੈਗੀ ਸਹੀ ਗੱਲਾਂ ਦੱਸੀਆਂ ਹੈਗੀਆਂ ਉਹੀ ਬੱਚੇ ਬੜੇ ਹੋ ਕੇ ਜਦੋਂ ਦੁਨੀਆ ਵਿੱਚ ਜਾ ਕੇ ਗਲਤ ਰਾਹ ਤੇ ਪੈ ਜਾਂਦੇ ਹੈਗੇ ਫਿਰ And now as a parent, you're feeling like a failure. ਹੁਣ ਮਾਂ ਵੀ ਹੋ ਕੇ ਸੋਚਦੇ ਸੀ ਕਿ ਮੈਂ ਤਾਂ ਹਾਰ ਗਿਆ And you're questioning yourself, what have I done wrong? ਜਦ ਉਹਨਾਂ ਨੂੰ ਕਹਿੰਦੇ ਕੋਸਦੇ ਆ ਕਿ ਮੈਂ ਕਿਹੜੀ ਗਲਤੀ ਕੀਤੀ ਕੀ ਹੋ ਗਿਆ ਕਿਹੜੀ ਗਲਤੀ ਹੋ ਗਈ ਮੇਰੇ ਕੋਲੋਂ Or maybe you're sitting here today and you're going through a mental health crisis. ਹੋ ਸਕਦਾ ਤੁਸੀਂ ਤੇ ਬੈਠੇ ਹੈਗੇ ਅੱਜ ਤੇ ਤੁਹਾਡੇ ਕੋਈ ਜ਼ਹਿਨੀ ਦਿਮਾਗ ਦੀ ਕੋਈ ਮੁਸ਼ਕਲ ਚੱਲ ਰਹੀ ਹੈਗੀ ਹੈ ਜ਼ਹਿਨੀ ਹਾਲਤ ਦੀ You know, maybe you're struggling with anxiety or depression, ਤੁਹਾਨੂੰ ਡਿਪਰੈਸ਼ਨ ਹੈਗਾ ਤਣਾਅ ਹੈਗਾ ਮਾਨਸਿਕ ਸਮੱਸਿਆਵਾਂ ਹੈਗੀਆਂ panic attacks, ਤੁਹਾਨੂੰ ਘਬਰਾਹਟ ਹੋ ਜਾਂਦੀ ਆ or even suicidal thoughts. ਹੋ ਸਕਦਾ ਸੋਚਦੇ ਕਿ ਮੈਂ ਖੁਦਕੁਸ਼ੀ ਕਰ ਲਵਾਂ ਇਹਦੇ ਨਾਲੋਂ ਤਾਂ And you feel all alone and isolated and you feel like there's no way out. ਸੋਚਦੇ ਕਿ ਮੈਂ ਇਕੱਲਾ ਹੀ ਹੈਗਾ ਕੋਈ ਕਿਸੇ ਨੂੰ ਮੇਰੀ ਚਿੰਤਾ ਨਹੀਂ ਹੈਗੀ ਹੋਰ ਕਿ ਮੈਨੂੰ ਰਾਹ ਨਹੀਂ ਦੱਸਦਾ ਬਾਹਰ ਨਿਕਲਦਾ ਇਹਨੂੰ ਤਾਂ ਆਪਣਾ ਮਾਰੀ ਲਾਵਾਂ ਚੰਗਾ ਆ And I'm sure every single one of us has felt this way at some point in our ਜ਼ਰੂਰ lives. ਅਸੀਂ ਸਾਰਿਆਂ ਨੇ ਕਦੇ ਨਾ ਕਦੇ ਤਾਂ ਅਸੀਂ ਇਸ ਤਰ੍ਹਾਂ ਸੋਚਿਆ ਹੈਗਾ ਆਪਣੇ ਬਾਰੇ A point where in life where we felt like we've hit the absolute rock bottom. ਜ਼ਿੰਦਗੀ ਵਿੱਚ ਜਦੋਂ ਸਮਾਂ ਆਉਂਦਾ ਨਾ ਸੋਚਦੇ ਕਿ ਇਹਦੇ ਨਾਲੋਂ ਜ਼ਿਆਦਾ ਹੁਣ ਤੇ ਮੈਂ ਥੱਲੇ ਡਿੱਗ ਨਹੀਂ ਸਕਦਾ ਹੈਗਾ ਮੈਂ ਤਾਂ ਬਿਲਕੁਲ ਥੱਲੇ ਗਿਰ ਗਿਆ ਹੈਗਾ ਇਹ ਤਾਂ ਥੱਲੇ ਤਾਂ ਹੋਰ ਜਾਣ ਨੂੰ ਗਿਰਨ ਨੂੰ ਕੋਈ ਜਗ੍ਹਾ ਹੀ ਨਹੀਂ ਰਹੀ ਹੈਗੀ And the problems are so big that they literally bring you down to your knees. ਔਰ ਸਮੱਸਿਆ ਤੁਹਾਡੀਆਂ ਇੰਨੀਆਂ ਵੱਡੀਆਂ ਹੈਗੀਆਂ ਕਿ ਤੁਹਾਨੂੰ ਗੋਡਿਆਂ ਤੇ ਲਿਆ ਕੇ ਸੜ ਦਿੰਦੀਆਂ I've mentioned this before and many times, so I apologize if you've heard this before. ਅੱਗੇ ਬਹੁਤ ਦਫਾ ਕਹਿ ਚੁੱਕਿਆ ਹੈਗਾ ਮਾਫੀ ਚਾਹਣਾ ਜਿਸ ਅੱਗੇ ਗੱਲ ਸੁਣੀ ਆ ਫਿਰ ਮੈਂ ਦੁਬਾਰਾ ਦੁਹਰਾਉਣਾ ਹੈਗਾ But it's very relevant this morning because it was a time in my life where I faced a particular crisis. ਅੱਜ ਸਵੇਰੇ ਵਾਜਬ ਗੱਲ ਹੈਗੀ ਕਿਉਂਕਿ ਮੈਂ ਵੀ ਆਪਣੀ ਜ਼ਿੰਦਗੀ ਵਿੱਚ ਜ਼ਾਤੀ ਜ਼ਿੰਦਗੀ ਵਿੱਚ ਮੈਂ ਵੀ ਕਿਸੇ ਸਮੱਸਿਆ ਤੋਂ ਗੁਜ਼ਰ ਰਿਹਾ ਹੈਗਾ And in 2019, 2019 ਵਿੱਚ one day it was during the week, I was at work in my office. ਇੱਕ ਦਿਨ ਇਹ ਕੰਮ ਤੇ ਸੀਗੇ And I was just working away as normal. ਦਫ਼ਤਰ 'ਚ ਆਪਣਾ ਕੰਮ ਕਰਦੇ ਸੀਗੇ ਜਿੱਦਾਂ ਕਰਦੇ ਆ ਰੋਜ਼ And I noticed from my stomach area there was blood coming out. ਮੈਂ ਦੇਖਿਆ ਕਿ ਪੇਟ ਵਿੱਚੋਂ ਮੇਰੇ ਖੂਨ ਨਿਕਲ ਰਿਹਾ ਹੈਗਾ And it was actually coming out from where my belly button was. ਸੁਣੀ ਤਾਂ ਪੇਟ ਖੂਨ ਨਿਕਲਦਾ ਸੀਗਾ And I was thinking, this is a bit strange. Maybe I've cut myself or I've injured ਮੈਂ myself. ਸੋਚਿਆ ਕਿ ਅਜੀਬ ਗੱਲ ਹੈਗੀ ਇਹ ਪੇਟ ਤੋਂ ਪੇਟ 'ਚ ਖੂਨ ਕਿਉਂ ਨਿਕਲਦਾ ਹੈਗਾ And I went to the doctors. ਮੈਂ ਡਾਕਟਰ ਤੇ ਗਿਆ The doctors prescribed me some antibiotics. ਡਾਕਟਰ ਨੇ ਦਵਾਈ ਦਿੱਤੀ I did 3 rounds of antibiotics and nothing worked. 3 ਦਫਾ ਮੈਂ ਉਹ ਖੁਰਾਕ ਖਾਧੀ
ਕੋਈ ਫਾਇਦਾ ਨਹੀਂ ਹੋਇਆ ਮੈਨੂੰ I remember just sitting there and just looking down, and all my shirts were stained with blood. ਮੈਂ ਬੈਠਾ ਦੇਖਦਾ ਹੈਗਾ ਕਿ ਮੇਰਾ ਸਾਰਾ ਸ਼ਰਟ ਮੇਰੀ ਖੂਨ ਨਾਲ ਲਿਬੜੀ ਹੋਈ ਸੀ ਲਥਪਥ You know, I ਸੀ got referred to so many scans. I did an ultrasound scan. ਬੜੇ ਸਕੈਨ ਕੀਤੇ ਹਸਪੀਟਲਾਂ ਵਿੱਚ ਜਾ ਕੇ When they put the jelly on you, it's what they do with pregnant women, and they look around inside to see what's happening. ਜਿਨ੍ਹਾਂ ਦੇ ਜਿਹੜੇ ਤੀਵੀਂ ਦੇ ਬਾਲ ਬੱਚੇ ਉਹਨਾਂ ਨੂੰ ਪਤਾ ਤੁਹਾਨੂੰ ਜੋ ਸਕੈਨ ਕਰਦੇ ਹੁੰਦੇ ਨੇ ਜਦੋਂ ਜੈਲੀ ਲਾ ਕੇ ਤਾਂ ਦੇਖਦੇ ਹੈਗੇ ਕਿ ਕੀ ਹੈਗਾ ਅੰਦਰ ਇਹਦੇ ਵਿੱਚ ਕੀਤਾ Yeah, it was a very strange experience. ਅਜੀਬ ਹਾਦਸਾ ਸੀਗਾ ਕਿ ਬੰਦੇ ਹੱਦ ਕਰਦੇ ਹੈਗੇ But the doctors, they couldn't figure out where this blood was coming from. ਪਰ ਡਾਕਟਰਾਂ ਨੂੰ ਪਤਾ ਨਹੀਂ ਸੀਗਾ ਕਿ ਖੂਨ ਕਿੱਥੋਂ ਨਿਕਲ ਰਿਹਾ ਹੈਗਾ And to be honest, I thought the worst. ਮੈਂ ਸੋਚਿਆ ਕਿ ਕੋਈ ਵੱਡੀ ਗੱਲ In ਮਸਲਾ my head, I thought the most serious thing, I'll Google my symptoms, and if you Google your symptoms, it's going to bring the worst, no matter what you say. ਜੇ ਤੁਸੀਂ ਕਦੇ ਕੰਪਿਊਟਰ ਜਾ ਕੇ ਗੂਗਲ ਤੇ ਜਾ ਕੇ ਦੇਖੋ ਨਾ ਕਿ ਮੈਨੂੰ ਕੀ ਗੱਲ ਹੈਗੀ ਆ ਜੋ ਹੁੰਦੀ ਨਹੀਂ ਹੈਗੀ ਨਾ ਉਹ ਤਾਂ ਵਧਾ ਚੜਾ ਕੇ ਤੁਹਾਨੂੰ ਗੂਗਲ ਮਾਸੀ ਦੱਸ ਦੇਗੀ ਕਿ ਤੁਹਾਨੂੰ ਕੀ ਹੋ ਗਿਆ ਹੈਗਾ But at this particular moment in my life, I felt that I hit rock bottom. ਪਰ ਮੈਂ ਮਹਿਸੂਸ ਕੀਤਾ ਸੀ ਕਿ ਮੈਂ ਤਾਂ ਬਿਲਕੁਲ ਹਨਾ ਮੈਂ ਤਾਂ ਡਿੱਗ ਗਿਆ ਥੱਲੇ ਮੈਂ ਤਾਂ And I ਬਸ felt down, and I felt so isolated and depressed. ਕੱਲਾ ਨਿਰਾਸ਼ ਦੁਖੀ ਮੈਂ ਮਹਿਸੂਸ ਕੀਤਾ ਆਪਣੇ ਆਪ ਨੂੰ So what do we do when we feel so down and so low and depressed? ਅਸੀਂ ਇੱਦਾਂ ਜਦੋਂ ਮਹਿਸੂਸ ਕਰਦੇ ਆ ਨਾ ਫਿਰ ਅਸੀਂ ਕੀ ਕਰਦੇ ਆ What is our reaction? What actions do we take? ਕੀ ਕਰਦੇ ਆ ਕੀ ਸੋਚਦੇ ਆ ਕੀ ਕਰਦੇ ਹੈਗੇ ਆ I'll tell you what David did. ਦਾਊਦ ਨੇ ਪਤਾ ਕੀ ਕੀਤਾ David, when he felt depressed and hopeless, he turned to the Lord. ਦਾਊਦ ਨੇ ਜਦੋਂ ਮਹਿਸੂਸ ਕੀਤਾ ਨਾ ਸਾਰਾ ਕੁਝ ਏਦਾਂ ਉਹ ਪ੍ਰਭੂ ਵੱਲ ਮੁੜਿਆ And this is something that each and every one of us needs to do. ਸਾਨੂੰ ਕੱਲੇ ਨੂੰ ਇਹ ਕਰਨਾ ਜ਼ਰੂਰੀ ਆ And it's written here in this psalm, Psalm 3, such a beautiful psalm. ਮਜ਼ਬੂਰ ਤਾਂ ਹੈ ਨਾ ਬਹੁਤ ਸੋਹਣਾ ਜ਼ਬੂਰ ਹੈਗਾ I'll just go through a brief background to this psalm. ਦੱਸਾਂਗੇ ਇਹਦਾ ਪਿੱਛਾ ਕੀ ਹੈਗਾ ਜ਼ਬੂਰ ਦਾ So David wrote Psalm 3 when he was fleeing from his own son called Absalom. ਦਾਊਦ ਨੇ ਉਸ ਵਕਤ ਇਹ ਜ਼ਬੂਰ ਲਿਖਿਆ ਜਦੋਂ ਆਪਣੇ ਪੁੱਤਰ ਅਬਸਲੋਮ ਤੋਂ ਦੌੜ ਰਿਹਾ ਸੀਗਾ And in a nutshell, what happened was David's son had succeeded in rebelling against him. ਦਾਊਦ ਦਾ ਪੁੱਤਰ ਅਬਸਲੋਮ ਸੀਗਾ ਉਹ ਕਾਮਯਾਬ ਹੋ ਗਿਆ ਸੀਗਾ ਬਲਵਾ ਕਰਨ ਦੇ ਵਿੱਚ ਆਪਣੇ ਪੇ ਦੇ ਖਿਲਾਫ And Absalom convinced many of David's trusted friends to join ranks against him. ਅਬਸਲੋਮ ਨੇ ਆਪਣੇ ਦੋਸਤ ਇਕੱਠੇ ਕਰ ਲਏ ਕਿ ਤੁਸੀਂ ਮੇਰੇ ਨਾਲ ਆ ਕੇ ਰਲ ਜਾਓ ਮੇਰੇ ਪੇ ਦੇ ਖਿਲਾਫ And the hearts of the men of Israel had gone towards Absalom. ਇਜ਼ਰਾਈਲ ਦੇ ਲੋਕਾਂ ਦੇ ਦਿਲ ਜਿਹੜੇ ਸੀਗੇ ਨਾ ਅਬਸਲੋਮ ਵੱਲ ਢਾਲੇ ਹੋ ਗਏ And enemies of David were multiplying, and all hope seemed lost for David. ਦਾਊਦ ਦੇ ਦੁਸ਼ਮਣ ਵੱਧ ਰਹੇ ਸੀਗੇ ਉਹਨੇ ਸੋਚਿਆ ਉਹਨੇ ਦੇਖਿਆ ਕਿ ਸਾਰੀ ਆਸ ਮੇਰੀ ਜਾਂਦੀ ਲੱਗੀ ਹੁਣ And this is the first psalm that identifies itself as being written by David. ਇਹ ਪਹਿਲਾ ਜ਼ਬੂਰ ਹੈਗਾ ਜਿਹਨੂੰ ਦਾਊਦ ਨੇ ਲਿਖਿਆ ਕਿ ਉਹਨੇ ਦਾਊਦ ਦਾ ਮਜ਼ਮੂਰ And if you look in your Bibles, ਜੇ ਦੇਖੋ ਬਾਈਬਲਾਂ ਨੂੰ if you look at the title, it says, A Psalm of David when he fled from his son Absalom. His son. मजमून क्या कहा दाऊद का मजमूर जब वो अपने बेटे अब्सलम के सामने से भागा David's own son wanted to overthrow him. दाऊद दा अपना पुत्र ਉਹਨੂੰ ਗੱਦੀ ਤੇ ਲਾਉਣਾ ਚਾਹੁੰਦਾ ਸੀਗਾ And when David heard about this, ਜਦੋਂ ਦਾਊਦ ਨੇ ਸੁਣਿਆ he went in a panic ਘਬਰਾ ਗਿਆ and he fled Jerusalem. ਔਰ ਯਰੂਸ਼ਲਮ ਨੂੰ ਤੋਂ ਦੌੜ ਗਿਆ So these are circumstances here ਇਹ ਹਾਲਾਤ ਹੈਗੇ ਆ when David penned this psalm, ਜੋ ਦਾਊਦ ਨੇ ਜਦੋਂ ਇਹ ਜ਼ਬੂਰ ਲਿਖਿਆ when he was down, ਜਦੋਂ ਡਿੱਗਿਆ ਸੀਗਾ when he was feeling that there's no hope, ਨਿਰਾਸ਼ ਸੀਗਾ ਹੁਣ ਕੋਈ ਆਸ ਨਹੀਂ ਬਚੀ ਉਹਦੇ ਕੋ when he was fleeing from his own beloved son. ਆਪਣੇ ਪਿਆਰੇ ਪੁੱਤਰ ਤੋਂ ਦੌੜ ਰਿਹਾ ਸੀਗਾ David was on the run. ਦਾਊਦ ਦੌੜ ਰਿਹਾ ਸੀਗਾ David had no plan. ਉਹਦੀ ਕੋਈ ਯੋਜਨਾ ਨਹੀਂ ਬਣ He ਕਿ ਕੀ didn't know ਬਣਨਾ what direction his life would go. ਉਹਨੂੰ ਪਤਾ ਕਿ ਮੇਰੀ ਜ਼ਿੰਦਗੀ ਕਿੱਧਰਲੇ ਪਾਸੇ ਜਾਣੀ ਹੈ And emotionally, mentally, physically, he was drained. ਦਿਮਾਗੀ ਤੌਰ ਤੇ ਜਜ਼ਬਾਤੀ ਤੌਰ ਤੇ ਇਲਾਹੀ ਰੂਹਾਨੀ ਤੌਰ ਤੇ ਹਰ ਤਰ੍ਹਾਂ ਦੇ ਨਾਲ ਨਾ ਬਿਲਕੁਲ ਖਾਲੀ ਹੋ ਚੁੱਕਿਆ ਸੀਗਾ Let's think about it. His own son had betrayed him. ਕੋਈ ਸੋਚਦੇ ਕਿ ਮੇਰੇ ਆਪਣੇ ਪੁੱਤਰ ਨੇ ਮੇਰੇ ਨਾਲ ਗੱਦਾਰੀ ਕੀਤੀ ਆ So this morning, I'm just going to go through 3 main points of what we can learn from Psalm 3. ਅੱਜ ਸਵੇਰੇ ਅਸੀਂ ਤਿੰਨ ਗੱਲਾਂ ਦੇਖਣੀਆਂ ਕਿ ਅਸੀਂ ਕੀ ਸਿੱਖ ਸਕਦੇ ਹੈਗੇ ਜ਼ਬੂਰ ਦੇ ਚੋਂ ਤਿੰਨ ਗੱਲਾਂ So firstly, what we can learn is when trouble comes, ਪਹਿਲੀ ਗੱਲ we need to cry out to the Lord. ਜਦੋਂ ਕੋਈ ਮੁਸ਼ਕਿਲ ਆਉਂਦੀ ਨਾ ਸਾਡੇ ਤੇ ਮੁਸੀਬਤ ਆਉਂਦੀ ਆ ਤਾਂ ਅਸੀਂ ਰੱਬ ਵੱਲ ਪੁਕਾਰੀਏ ਰੱਬ ਨੂੰ ਪੁਕਾਰੀਏ Just as David did. ਜਿੱਦਾਂ ਦਾਊਦ ਨੇ ਕੀਤਾ Look at verses 1 and 2. ਪਹਿਲੀ ਦੂਸਰਾ ਦੇਖੋ David here cries out to the Lord concerning
the great number of enemies multiplying against him. ਦਾਊਦ ਨੇ ਪ੍ਰਭੂ ਦੇ ਅੱਗੇ ਦੁਹਾਈ ਦਿੱਤੀ ਕਿ ਦੇਖ ਮੇਰੇ ਕਿੰਨੇ ਦੁਸ਼ਮਣ ਮੇਰੇ ਕਿੰਨੇ ਵੱਧ ਰਹੇ ਹੈਗੇ ਆ। David opens up about his fear. ਦਾਊਦ ਆਪਣੇ ਡਰ ਦੇ ਬਾਰੇ ਖੁੱਲੀ ਗੱਲ ਕਰਦਾ। David pours his heart and his burdens and his problems to the Lord. ਪ੍ਰਭੂ ਦੇ ਅੱਗੇ ਆ ਕੇ ਆਪਣੀਆਂ ਮੁਸ਼ਕਲਾਂ ਨੂੰ ਡੇਲ ਦਿੰਦਾ, ਆਪਣੇ ਦੁੱਖ ਨੂੰ ਡੇਲ ਦਿੰਦਾ, ਸਾਰਾ ਆ ਕੇ ਆਪਣੇ ਆਪ ਨੂੰ ਖਾਲੀ ਕਰ ਦਿੰਦਾ ਪ੍ਰਭੂ ਦੇ ਮੂਹਰੇ। He's in immense pain and distress. ਇੰਨਾ ਉਹਨੂੰ ਦਰਦ ਹੈਗਾ, ਇੰਨਾ ਉਹਨੂੰ ਦੁੱਖ ਹੈਗਾ, ਇੰਨਾ ਉਹ ਵਿਆਕੁਲ ਹੈਗਾ। And he's literally crying out to the Lord. ਪ੍ਰਭੂ ਦੇ ਅੱਗੇ ਰੋਂਦਾ, ਰੋ ਕੇ ਦੁਹਾਈ ਕਰਦਾ ਦਿੰਦਾ। You know, he's being persecuted by his own son. ਉਹਦਾ ਆਪਣਾ ਪੁੱਤਰ ਉਹਨੂੰ ਸਤਾ ਰਿਹਾ ਹੈਗਾ। And in these 2 verses alone, ਇਸ ਦੁਆਇਤਾਂ ਵਿੱਚ, ਇਕੱਲੀਆਂ ਦੁਆਇਤਾਂ ਵਿੱਚ notice how he uses the word many. Many are those who rise against me. Many are those who say of me there's no help. ਬਹੁਤ ਸਾਰੇ ਹੈਗੇ ਜਿਹੜੇ ਮੇਰੀ ਜਾਨ ਦੇ ਖਿਲਾਫ ਹੈਗੇ, ਬਹੁਤ ਸਾਰੇ ਹੈਗੇ ਆ ਜਿਹੜੇ ਕਹਿੰਦੇ ਆ ਕਿ ਹੁਣ ਦਾ ਕੀ ਹੋਊਗਾ। And the reality of David's problem is that the people of Israel had gone towards Absalom. ਦਾਊਦ ਦੀ ਮੁਸ਼ਕਿਲ ਕੀ ਸੀਗੀ? ਇਜ਼ਰਾਈਲ ਦੇ ਬਹੁਤ ਸਾਰੇ ਲੋਕ ਜਿਹੜੇ ਸੀਗੇ ਨਾ ਉਹਦੇ ਬੇਟੇ ਅਬਸਲੋਮ ਵੱਲ ਦੇ ਹੋ ਗਏ ਸੀਗੇ। And to make matters worse, ਔਰ ਹੋਰ ਗੱਲ ਵਧਾਉਣ ਦੇ ਲਈ David's enemies even doubted that God would deliver him out of the situation. ਦਾਊਦ ਦੇ ਜਿਹੜੇ ਦੁਸ਼ਮਣ ਸੀਗੇ ਉਹਨਾਂ ਨੂੰ ਇਹ ਵੀ ਸ਼ੱਕ ਸੀਗੇ ਕਿ ਹੁਣ ਰੱਬ ਨੇ ਇਹਨੂੰ ਦਾਊਦ ਨੂੰ ਨਹੀਂ ਕੱਢਣਾ ਕਿ ਇਸ ਮੁਸ਼ਕਿਲ ਦੇ ਵਿੱਚੋਂ। Even his own enemies have said to him that God had abandoned him. ਉਹਦੇ ਦੁਸ਼ਮਣ ਨੇ ਕਿਹਾ ਦਾਊਦ ਨੂੰ ਹੁਣ ਤਾਂ ਤੈਨੂੰ ਤੇਰੇ ਰੱਬ ਨੇ ਵੀ ਛੱਡ ਦਿੱਤਾ। And the enemies believed that his situation was far beyond the reach of God intervening. ਉਹਦੇ ਦੁਸ਼ਮਣ ਸੋਚਦੇ ਕਿ ਹੁਣ ਤਾਂ ਇਹਦੇ ਤਾਂ ਲਈ ਤਾਂ ਰੱਬ ਦਾ ਹੱਥ ਵੀ ਬਹੁਤ ਦੂਰ ਹੈਗਾ, ਰੱਬ ਨੇ ਕੁਝ ਨਹੀਂ ਕਰਨਾ ਇਹਦੇ ਲਈ। So the key point is this. ਸੋ ਪਤੇ ਦੀ ਗੱਲ ਇਹ ਹੈਗੀ ਆ when going through life's problems and trials, ਜ਼ਿੰਦਗੀ ਦੀ ਮੁਸ਼ਕਲਾਂ ਥਾਣੀ, ਜ਼ਿੰਦਗੀ ਦੀ ਸਮੱਸਿਆਵਾਂ ਥਾਣੀ ਅਸੀਂ ਜਦੋਂ ਗੁਜ਼ਰ ਕੇ ਜਾਂਦੇ ਆ, we need to cry out to the Lord in prayer just as David did. ਜਿੱਦਾਂ ਦਾਊਦ ਨੇ ਕੀਤਾ ਸੀ ਵੀ ਰੱਬ ਦੇ ਅੱਗੇ ਆ ਕੇ ਦੁਹਾਈ ਦਈਏ, ਪ੍ਰਾਰਥਨਾ ਕਰੀਏ, ਪੁਕਾਰੀਏ ਰੱਬ ਨੂੰ। You know, there are times in life where we are pushed to almost breaking point. ਜ਼ਿੰਦਗੀ ਵਿੱਚ ਪਤਾ ਸਮੇਂ ਆਉਂਦੇ ਜਦੋਂ ਅਸੀਂ ਬਿਲਕੁਲ ਅਸੀਂ ਟੁੱਟ ਜਾਂਦੇ, ਚੰਗੀ ਤਰ੍ਹਾਂ ਪੂਰੀ ਤਰ੍ਹਾਂ ਟੁੱਟ ਜਾਂਦੇ ਆ। But during these times, ਪਰ ਇਸ ਸਮੇਂ ਦੌਰਾਨ David here, he leaves us with a good example. ਦਾਊਦ ਸਾਨੂੰ ਇੱਕ ਅੱਛੀ ਮਿਸਾਲ ਦੇ ਕੇ ਛੱਡਦਾ ਸਾਨੂੰ that we need to express our grief wholeheartedly to the Lord. ਕਿ ਪੂਰੀ ਦੀ ਪੂਰੀ ਤਰ੍ਹਾਂ ਪੂਰੇ ਦਾ ਪੂਰਾ ਅਸੀਂ ਆਪਣਾ ਦੁੱਖ, ਆਪਣਾ ਦਰਦ ਰੱਬ ਦੇ ਅੱਗੇ ਲੈ ਕੇ ਉਹਨੂੰ ਦਸੀਏ, ਉਹਨੂੰ ਸੁਣਾਈਏ। And remember this, ਯਾਦ ਕਰੋ you'll never face a problem out of which the Lord cannot deliver you from. ਤੁਹਾਡੇ ਉੱਤੇ ਕੋਈ ਐਸੀ ਵੱਡੀ ਮੁਸ਼ਕਲ ਨਹੀਂ ਆਊਗੀ ਜਿਸ ਦੇ ਵਿੱਚੋਂ ਤੁਹਾਨੂੰ ਰੱਬ ਕੱਢ ਨਹੀਂ ਸਕਦਾ ਹੈਗਾ। And God's deliverance may come in different ways. ਪਰਮੇਸ਼ਰ ਦਾ ਜਿਹੜਾ ਛੁਟਕਾਰਾ ਹੈਗਾ, ਨਿਸਤਾਰਾ ਹੈਗਾ, ਉਹ ਬਹੁਤ ਸਾਰੇ ਤਰੀਕੇ ਨਾਲ ਹੁੰਦਾ ਹੈਗਾ। He may take away the problem, ਹੋ ਸਕਦਾ ਰੱਬ ਤੁਹਾਡੀ ਮੁਸ਼ਕਲ ਨੂੰ ਦੂਰ ਕਰ or ਦੇ, he may keep you in the problem to strengthen you and strengthen your faith in him. ਜਾਂ ਤੁਹਾਨੂੰ ਉਸ ਮੁਸ਼ਕਲ ਦੇ ਵਿੱਚ ਹੀ ਰੱਖੇ ਤਾਂ ਕਿ ਤੁਹਾਨੂੰ ਤੁਹਾਡੇ ਵਿਸ਼ਵਾਸ ਨੂੰ ਮਜ਼ਬੂਤ ਕਰ ਸਕੇ। And God already knows our needs even before we pray. ਇਸ ਤੋਂ ਪਹਿਲਾਂ ਕਿ ਅਸੀਂ ਮੂੰਹ ਖੋਲ ਕੇ ਪ੍ਰਾਰਥਨਾ ਕਰੀਏ, ਪ੍ਰਭੂ ਨੂੰ ਪਹਿਲਾਂ ਹੀ ਪਤਾ ਹੁੰਦਾ ਹੈ ਕਿ ਸਾਡੀ ਮੁਸ਼ਕਲ ਕਿਹੜੀ ਹੈਗੀ ਆ। But God desires that we bring our needs, bring our petitions to him wholeheartedly. ਪ੍ਰਭੂ ਚਾਹੁੰਦਾ ਕਿ ਅਸੀਂ ਆਪਣੇ ਸਾਰੇ ਦਿਲ ਦੇ ਨਾਲ, ਹਲੀਮੀ ਨਾਲ ਅਸੀਂ ਆਪਣੀ ਮੁਸ਼ਕਲਾਂ ਉਹਦੇ ਅੱਗੇ ਲੈ ਕੇ ਆਈਏ, ਅਸੀਂ ਪ੍ਰਾਰਥਨਾ ਕਰੀਏ ਉਹਦੇ ਅੱਗੇ। What a privilege it is to be able to access God through prayer. ਕਿੰਨੀ ਵੱਡੀ ਗੱਲ ਹੈਗੀ ਇਹ, ਇੱਜ਼ਤ ਵਾਲੀ ਗੱਲ ਹੈਗੀ ਆ ਕਿ ਅਸੀਂ ਆਪਣੀ ਮੁਸ਼ਕਲਾਂ ਵੀ ਲੈ ਕੇ ਨਾ ਅਸੀਂ ਰੱਬ ਦੇ ਤਖਤ ਦੇ ਅੱਗੇ ਆ ਸਕਦੇ ਹਾਂ। And we need to apply what David's done here to our lives by calling out to the Lord in prayer. ਦਾਊਦ ਨੇ ਜੋ ਕੀਤਾ ਹੈਗਾ ਉਹ ਅਸੀਂ ਆਪਣੀ ਜ਼ਿੰਦਗੀ ਉੱਤੇ ਵੀ ਲਾਗੂ ਕਰੀਏ ਕਿ ਦਾਊਦ ਨੇ ਰੱਬ ਦੇ ਅੱਗੇ ਆ ਕੇ ਦੁਹਾਈ ਦਿੱਤੀ, ਪੁਕਾਰਿਆ ਉਹਨੂੰ। Because we're all weak. ਅਸੀਂ ਸਾਰੇ ਕਮਜ਼ੋਰ We ਹਾਂ, are all frail. ਅਸੀਂ ਸਾਰੇ ਨਿਤਾਨੇ No ਹਾਂ। matter how much you say you're strong-minded, we all have a breaking point. ਜਿੰਨਾ ਮਰਜ਼ੀ ਤੁਸੀਂ ਕਹੋ ਕਿ ਮੈਂ ਤਾਂ ਬਹੁਤ ਮਜ਼ਬੂਤ ਹਾਂ, ਮੈਂ ਤਾਂ ਬਹੁਤ ਤਕੜਾ ਹੈਗਾ, ਮੈਂ ਤਾਂ ਠੀਕ ਹਾਂ, ਸਾਡੇ ਹਰੇਕ ਦਾ ਕੋਈ ਨਾ ਕੋਈ ਸਮਾਂ ਆਉਂਦਾ ਕਿ ਹੱਦ ਹੁੰਦੀ ਆ ਜਿੱਥੇ ਆ ਕੇ ਅਸੀਂ ਪੂਰੇ ਦੇ ਪੂਰੇ ਟੁੱਟ ਜਾਂਦੇ ਹਾਂ। Now let me tell you this. ਤੁਹਾਨੂੰ ਦੱਸਿਆ, If you try to go through life through your own strength, ਜੇ ਤੁਸੀਂ ਆਪਣੀ ਕੋਸ਼ਿਸ਼ ਦੇ ਦੁਆਰਾ ਜ਼ਿੰਦਗੀ ਵਿੱਚ ਦੀ ਜਾਣਾ ਚਾਹੁੰਦੇ ਆ, you will fail. ਹਾਰ ਜਾਓਗੇ ਬੁਰੀ ਤਰ੍ਹਾਂ। We can't get through life through our own strength. ਆਪਣੀ ਤਾਕਤ ਦੇ ਵਿੱਚ ਹੋ ਕੇ ਅਸੀਂ ਜ਼ਿੰਦਗੀ ਵਿੱਚ ਨਹੀਂ ਜਾ ਸਕਦੇ You ਹੈਗੇ। could look at many motivational quotes and videos. ਜਿੰਨੀਆਂ ਮਰਜ਼ੀ ਵੀਡੀਓ ਦੇਖੋ, ਜਿੰਨੀਆਂ ਮਰਜ਼ੀ ਕਿਤਾਬਾਂ ਪੜ੍ਹ ਲਓ, ਜਿੰਨੀਆਂ ਮਰਜ਼ੀ ਚੀਜ਼ਾਂ ਪੜ੍ਹੋ, ਲੋਕੀ ਜਿਹੜੇ ਹੌਸਲੇ ਦੀ ਗੱਲਾਂ ਭੇਜਦੇ ਆ। It's only through the strength of the Lord that we are strengthened. ਸਿਰਫ ਪ੍ਰਭੂ ਦੀ ਤਾਕਤ ਦੁਆਰਾ ਹੀ ਅਸੀਂ ਮਜ਼ਬੂਤ ਕੀਤੀਆਂ ਨੇ ਕਿ ਹੋਰ ਕੋਈ ਤਰੀਕਾ ਨਹੀਂ ਹੈਗਾ। So David's first reaction here is right and is correct. ਦਾਊਦ ਨੇ ਜੋ ਪਹਿਲਾ ਕੰਮ ਕੀਤਾ ਨਾ
ਬਿਲਕੁਲ ਸਹੀ ਕੀਤਾ ਉਹਨੇ। And we need to emulate that and apply that to our lives. ਅਸੀਂ ਵੀ ਇਹਨੂੰ ਆਪਣੀ ਜ਼ਿੰਦਗੀ ਵਿੱਚ ਲਾਗੂ ਕਰੀਏ, ਅਸੀਂ ਵੀ ਏਦਾਂ ਕਰੀਏ। When trouble comes from all sides, ਸਾਰੇ ਪਾਸੇ ਜਦੋਂ ਮੁਸ਼ਕਿਲ ਆਉਂਦੀ ਆ, cry out to the Lord in prayer. ਪ੍ਰਭੂ ਦੇ ਅੱਗੇ ਆ ਕੇ ਪੁਕਾਰੋ ਪ੍ਰਾਰਥਨਾ ਵਿੱਚ। When problems appear, ਮੁਸ਼ਕਿਲ ਆ ਗਈ, turn to the Lord in prayer. Cry out to the Lord in prayer. ਰੱਬ ਵੱਲ ਮੁੜੋ, ਪ੍ਰਾਰਥਨਾ ਕਰੋ, ਰੋ ਕੇ। Make God your first response, just as David did. ਜਦੋਂ ਦਾਊਦ ਨੇ ਸਭ ਤੋਂ ਪਹਿਲ ਕੀ ਕੀਤੀ, ਸਭ ਤੋਂ ਪਹਿਲਾਂ ਉਹ ਪ੍ਰਭੂ ਦੇ ਕੋਲ ਗਿਆ। ਸਾਨੂੰ ਵੀ ਕੋਈ ਗੱਲ ਨਹੀਂ, ਸਭ ਤੋਂ ਪਹਿਲ ਸਾਡੀ ਕਿਉਂ ਨਹੀਂ ਚਾਹੀਦੀ ਆ, ਅਸੀਂ ਰੱਬ ਕੋਲ ਜਾਈਏ। What else can we learn? ਹੋਰ ਕੀ ਸਿੱਖਣਾ ਹੈ? Second point, ਦੂਸਰੀ ਗੱਲ, we need to focus on God and not the problem. ਸਾਡਾ ਧਿਆਨ ਰੱਬ ਉੱਤੇ ਹੋਵੇ, ਮੁਸ਼ਕਿਲ ਉੱਤੇ ਨਹੀਂ। As we see from verses 3 to 6. 3 ਤੋਂ 6 ਆਇਤ। Here David now, he speaks of the confidence that he has in the Lord. ਹਾਂ, ਦਾਊਦ ਕੀ ਗੱਲ ਕਰਦਾ ਕਿ ਮੇਰੇ ਕੋਲ ਕਿੰਨਾ ਭਰੋਸਾ ਹੈਗਾ, ਮੇਰਾ ਕਿੰਨਾ ਭਰੋਸਾ ਹੈਗਾ ਰੱਬ ਦੇ ਵਿੱਚ। How is this possible? ਕਿੱਦਾਂ ਹੋ ਸਕਦਾ? How is it possible? He's so confident in the Lord, having been surrounded by enemies. ਕਿੱਦਾਂ ਹੋ ਸਕਦਾ ਕਿ ਸਾਰੇ ਪਾਸੇ ਦਾ ਉਹ ਦੁਸ਼ਮਣਾਂ ਦੇ ਨਾਲ ਘਿਰਿਆ ਹੋਇਆ ਹੈਗਾ, ਸਾਰੇ ਪਾਸੇ ਦੁਸ਼ਮਣ ਹੈ ਗਿਆ, ਔਰ ਉਹ ਫਿਰ ਵੀ ਕਹਿੰਦਾ ਕਿ ਮੇਰਾ ਭਰੋਸਾ ਰੱਬ ਉੱਤੇ ਆ ਬਸ। And the reason for this is, ਵਜ੍ਹਾ ਪਤਾ ਕੀ ਹੈਗੀ? he's not focusing on his circumstances. ਉਹ ਆਪਣੇ ਹਾਲਾਤ ਉੱਤੇ ਨਹੀਂ ਦੇਖ, ਆਪਣੇ ਹਾਲਾਤ ਵੱਲ ਨਹੀਂ He's not ਨਜ਼ਰ ਕਰ focusing ਰਿਹਾ। on his issues. ਜਿਹੜੇ ਉਹਦੇ ਮੁਸ਼ਕਿਲਾਂ ਹੈਗੀਆਂ ਉਹ ਨਹੀਂ ਦੇਖ ਰਿਹਾ ਹੈਗਾ, He's got tunnel vision. His focus is purely on the Lord. ਸਿੱਧਾ ਦੇਖਦਾ, ਉਹਦੀ ਨਜ਼ਰ ਰੱਬ ਉੱਤੇ ਲੱਗੀ ਹੈਗੀ, ਬਸ ਸਿੱਧਾ ਦੇਖਦਾ, ਹੋਰ ਕੁਝ ਨਹੀਂ ਦੱਸਣ ਨੂੰ ਅੱਗੇ। And David, what he does is he throws himself completely on the Lord. ਦਾਊਦ ਪੂਰੀ ਦੀ ਪੂਰੀ ਤਰ੍ਹਾਂ ਆਪਣੇ ਆਪ ਨੂੰ ਪਰਮੇਸ਼ਰ ਦੀ ਦਇਆ ਕਿਰਪਾ ਦੇ ਹਵਾਲੇ ਕਰ ਦਿੰਦਾ। Look in verse 3, he says, "But you, O Lord, are a shield for me." तीसरी आयत, लेकिन तू है खुदाबंद, हर तरफ मेरी सिपर है। But you, O Lord. You know, there's a major shift here. ਇੱਥੇ ਕਿੰਨਾ ਇੱਥੇ ਵੱਡੀ ਗੱਲ ਹੈ, ਕਹਿੰਦਾ ਕਿ ਲੇਕਿਨ ਤੂੰ, ਸਿਰਫ ਤੂੰ। Do you see this wholehearted confidence David has in God? ਦੇਖਿਆ ਉਹਦਾ ਭਰੋਸਾ, ਯਕੀਨ ਕਰਨਾ, ਕਹਿੰਦਾ ਕਿ ਸਿਰਫ ਤੂੰ। He says, "Lord, you are a shield for me." ਸਿਰਫ ਤੂੰ ਐ ਖੁਦਾਵੰਦ, ਸਾਰੇ ਪਾਸੇ ਤੂੰ ਮੇਰੀ ਢਾਲ ਹੈਗਾ। Though there was no help for David, ਦਾਊਦ ਨੂੰ ਕਿਸੇ ਪਾਸੇ ਮਦਦ ਨਹੀਂ ਆ ਰਹੀ ਸੀ, David knew that God was his shield. ਪਰ ਦਾਊਦ ਨੂੰ ਪਤਾ ਕਿ ਪਰਮੇਸ਼ਰ ਮੇਰੀ ਢਾਲ ਹੈਗਾ। And you know, shields these days, they don't carry that much imagery as they do. ਅੱਜ ਜਿਹੜੀ ਢਾਲ ਹੈਗੀ ਨਾ, ਢਾਲ ਅੱਜ ਕੱਲ੍ਹ ਇੰਨੀ ਕੋਈ ਜ਼ਿਆਦਾ ਨਹੀਂ ਵੱਡੀ ਗੱਲ ਲੋਕੀ ਨਹੀਂ ਕਰਕੇ ਦਿਖਾ ਦੇਗੇ। But this was a necessary piece of equipment that was used in the battlefield. ਸਿਪਾਹੀਆਂ ਨੂੰ ਢਾਲ ਜਿਹੜੀ ਵੱਡੀ ਦਿੱਤੀ ਜਾਂਦੀ ਸੀਗੀ, ਜੰਗ ਵਿੱਚ ਜਾਂਦੇ ਸੀਗੇ, ਉਹ ਆਪਣੀ ਰੱਖਿਆ ਕਰਦੇ ਸੀਗੇ। And the shield was there to protect you from the enemy. ਢਾਲ ਜਿਹੜੀ ਹੈਗੀ ਆ, ਉਹ ਤੁਹਾਨੂੰ ਦੁਸ਼ਮਣ ਦੇ ਹਮਲੇ ਤੋਂ ਬਚਾ ਕੇ ਰੱਖਦੀ ਸੀਗੀ। A shield is there to keep you safe. ਢਾਲ ਤੁਹਾਨੂੰ ਬਚਾ ਕੇ ਰੱਖਦੀ ਆ। But you see, God is a special type of shield. ਪਰਮੇਸ਼ਰ ਇੱਕ ਖਾਸ ਤਰ੍ਹਾਂ ਦੀ ਢਾਲ ਹੈਗਾ। Because a shield can cover you from the front. ਢਾਲ ਜਿਹੜੀ ਹੈਗੀ ਆ, ਢਾਲ ਤੁਹਾਨੂੰ ਸਿਰਫ ਮੋਹਰੇ ਬਚਾ ਕੇ ਰੱਖਦੀ ਆ, ਤਾਂ ਤੁਹਾਨੂੰ ਮੋਹਰੇ ਬਚਾ ਕੇ ਰੱਖਦੀ ਆ। But God's shield covers you from all angles, all around you. ਪਰਮੇਸ਼ਰ ਦੀ ਢਾਲ ਤੁਹਾਨੂੰ ਸਾਰੇ ਪਾਸਿਆਂ ਤੋਂ, ਚਾਰੋਂ ਪਾਸਿਆਂ ਤੋਂ, ਉੱਪਰ ਥੱਲੇ ਪੂਰੀ ਤਰ੍ਹਾਂ ਤੁਹਾਨੂੰ ਬਚਾ ਕੇ ਰੱਖਦੀ ਆ। No parts are left exposed. ਕੋਈ ਵੀ ਹਿੱਸਾ ਨਹੀਂ ਹੈਗਾ ਬਚਦਾ ਜਿੱਥੇ ਕੋਈ ਹਮਲਾ ਕਰ ਸਕੇ। ਪਰਮੇਸ਼ਰ ਦੀ ਢਾਲ ਸਾਰੇ ਪਾਸੇ ਚਾਰ ਚੁਫੇਰੇ ਤੁਹਾਨੂੰ ਬਚਾ ਕੇ ਰੱਖਦੀ ਆ। And with God, rest assured, you are completely safe. ਪਰਮੇਸ਼ਰ ਦੇ ਨਾਲ ਪੂਰੀ ਤਰ੍ਹਾਂ ਅਸੀਂ ਸੁਰੱਖਿਅਤ ਹੈਗੇ ਆ ਬਸ। The Lord's shield is such that it fully surrounds the person of God. ਪਰਮੇਸ਼ਰ ਦੀ ਢਾਲ ਕਿੱਦਾਂ ਦੀ ਹੈਗੀ ਆ ਕਿ ਆਪਣੇ ਬੱਚੇ ਨੂੰ ਪੂਰੀ ਤਰ੍ਹਾਂ ਉੱਪਰੋਂ ਥੱਲੇ ਸਾਰੇ ਪਾਸੇ ਤੋਂ ਚਾਰ ਚੁਫੇਰੇ ਪੂਰੀ ਤਰ੍ਹਾਂ ਢੱਕ ਕੇ ਰੱਖਦਾ। In verse 3, ਤੀਸਰੀ ਆਇਤ, David also says, he refers to God as my glory. ਮੇਰਾ ਫਖਰ, ਕਹਿੰਦਾ ਰੱਬਾ ਤੂੰ ਮੇਰਾ ਫਖਰ ਆ। My glory and the one who lifts my head. ਮੇਰਾ ਫਖਰ ਔਰ ਸਰਫਰਾਜ਼ ਕਰਨੇ ਵਾਲਾ, ਸਰਫਰਾਜ਼ ਕਰਨਾ, ਤੂੰ ਹੀ ਮੇਰਾ ਫਖਰ ਹੈਗਾ, ਔਰ ਤੂੰ ਹੀ ਮੈਨੂੰ ਉੱਚਾ ਕਰਨ, ਬੁਲੰਦ ਕਰਨ, ਉੱਚਾ ਕਰਨ ਵਾਲਾ ਹੈਗਾ। How beautiful is this? ਕਿੰਨੀ ਸੋਹਣੀ ਗੱਲ ਹੈਗੀ ਆ। He refers to God as his glory. ਕਹਿੰਦਾ ਤੂੰ, ਪਰਮੇਸ਼ਰ ਨੂੰ ਕਹਿੰਦਾ ਕਿ ਤੂੰ ਮੇਰਾ ਫਖਰ ਹੈਗਾ, ਮੈਂ ਤੇਰੇ ਤੇ ਫਖਰ ਕਰ ਸਕਦਾ। You know, in a flash it seemed like he lost it all. ਉਹਨੂੰ ਲੱਗਦਾ ਸੀਗਾ ਕਿ ਮੇਰਾ ਤਾਂ ਸਾਰਾ ਕੁਝ ਹੀ ਚਲ ਗਿਆ। But here we learn he hasn't lost anything because God is his glory. ਪਰ ਕੁਛ ਨਹੀਂ ਗੁਆਚਿਆ ਉਹਦਾ, ਕੁਛ ਨਹੀਂ ਗਿਆ ਸੀਗਾ ਉਹਦਾ, ਕਿਉਂਕਿ ਪਰਮੇਸ਼ਰ ਨੇ ਉਹਨੂੰ ਢਾਲ ਬਣਾ ਕੇ ਰੱਖਿਆ ਹੈਗਾ। ਪਰਮੇਸ਼ਰ ਦੀ ਢਾਲ ਹੈਗਾ, ਤਦ ਕਹਿੰਦਾ ਤੂੰ ਮੇਰਾ ਫਖਰ ਆ। And there's no greater glory than being a servant of the living God. ਇਸ ਤੋਂ ਵੱਡੀ ਗੱਲ ਕਿਹੜੀ ਹੋ ਸਕਦੀ ਹੈਗੀ ਆ ਕਿ ਤੁਸੀਂ ਸੱਚੇ ਪਰਮੇਸ਼ਰ ਦੇ ਸੇਵਕ ਹੋਵੋ, ਨੌਕਰ ਹੋਵੋ। God not only keeps David safe, ਪਰਮੇਸ਼ਰ ਨੇ ਨਾ ਸਿਰਫ ਦਾਊਦ ਨੂੰ ਸੁਰੱਖਿਅਤ ਰੱਖਿਆ, but he is his glory. ਪਰ ਉਹਦਾ ਫਖਰ ਵੀ ਹੈਗਾ।
And our worth needs to be rooted in God who surrounds us. ਸਾਡਾ ਵਿਸ਼ਵਾਸ ਉਸ ਪਰਮੇਸ਼ਰ ਦੇ ਵਿੱਚ ਜੜ ਫੜਨਾ ਚਾਹੀਦਾ ਪੂਰੀ ਤਰ੍ਹਾਂ ਦੇ ਨਾਲ, ਜਿਹੜੇ ਪਰਮੇਸ਼ਰ ਨੇ ਸਾਨੂੰ ਚਾਰੇ ਪਾਸਿਆਂ ਤੋਂ ਢੱਕ ਕੇ ਰੱਖਿਆ ਹੈਗਾ। Not in this world, ਇਸ ਦੁਨੀਆ ਵਿੱਚ ਨਹੀਂ, which lets us down and betrays ਇਹ us. ਦੁਨੀਆ ਬਾਰ-ਬਾਰ ਸਾਨੂੰ ਧੋਖਾ ਦਿੰਦੀ ਹੈ, ਬਾਰ-ਬਾਰ ਸਾਨੂੰ ਛੱਡ ਦਿੰਦੀ ਹੈਗੀ ਆ। David also says in verse 3, ਤੀਸਰੇ ਚ ਦਾਊਦ ਕਹਿੰਦਾ, he says, my glory and the one who lifts up my head. ਮੇਰਾ ਫਖਰ ਔਰ ਸਰਫਰਾਜ਼ ਕਰਨੇ ਵਾਲਾ, ਮੈਨੂੰ ਪਰਮੇਸ਼ਰ ਤੂੰ ਉੱਚਾ ਕਰਨ ਵਾਲਾ ਹੈਗਾ। What does a lowered, when the head is lowered, what does that signify? ਜਦੋਂ ਕਿਸੇ ਦਾ ਸਿਰ ਝੁਕਿਆ ਹੁੰਦਾ ਉਹਦਾ ਕੀ ਮਤਲਬ It ਹੁੰਦਾ? signifies defeat. ਜਦੋਂ ਕਿਸੇ ਇਨਸਾਨ ਦੀ ਜਦ ਸਿਰ ਝੁਕ ਜਾਂਦਾ ਨਾ, ਕਿ ਉਹਨੇ ਕੋਈ ਹਾਰ ਗਿਆ, ਸਿਰ ਝੁਕਾ ਲਿਆ, ਉਹਨੇ ਹਾਰ ਗਿਆ ਬਸ। Shame, ਸ਼ਰਮ ਆਉਂਦੀ ਹੈ, hopelessness, ਨਕਾਰਾ, low self-esteem, low confidence. ਆਪਣੇ ਤੇ ਕੋਈ ਭਰੋਸਾ ਨਹੀਂ ਰਿਹਾ ਹੈਗਾ, ਕੋਈ ਤਾਕਤ ਨਹੀਂ ਹੈਗੀ, ਆਪਣੀ ਸਿਰ ਝੁਕਾ ਕੇ ਬਹਿ ਗਿਆ। When David ran from his son Absalom, ਦਾਊਦ ਜਦੋਂ ਆਪਣੇ ਪੁੱਤਰ ਅਬਸਲੋਮ ਤੋਂ ਜਦੋਂ ਦੌੜ ਕੇ ਗਿਆ, his head was lowered. ਉਸ ਵੇਲੇ ਦਾਊਦ ਦਾ ਸਿਰ ਜਿਹੜਾ ਸੀਗਾ ਝੁਕਿਆ ਹੋਇਆ ਸੀਗਾ, ਨੀਵਾਂ ਸੀਗਾ। But God would lift his head once again. ਪਰ ਪਰਮੇਸ਼ਰ ਨੇ ਉਹਦੇ ਸਿਰ ਨੂੰ ਉੱਚਾ ਕਰਨਾ ਸੀਗਾ। And we all know that feeling when we're facing a mountain of problems and our head is lowered. ਤੁਸੀਂ ਮਹਿਸੂਸ ਕੀਤਾ ਨਾ, ਜਦ ਤੁਹਾਡੇ ਤੇ ਮੁਸ਼ਕਿਲਾਂ ਆਉਣੀਆਂ, ਬੋਝ ਹੁੰਦਾ, ਲੱਦੇ ਹੁੰਦੇ ਬੋਝ ਨਾਲ, ਸਾਡਾ ਸਿਰ ਝੁਕ ਜਾਂਦਾ, ਸ਼ਰਮ ਦੇ ਨਾਲ ਅਸੀਂ ਨੀਵਾਂ ਹੋਏ ਨੇ ਹੈਗੇ ਆ। ਮਹਿਸੂਸ ਕੀਤਾ ਨਾ ਸੀ ਸਾਰਿਆਂ ਨੇ। And you know, we can't even look people in the face. ਅਸੀਂ ਕਿਸ ਨੂੰ ਅੱਖਾਂ ਚੱਕਾ ਪਾ ਕੇ ਦੇਖ ਨਹੀਂ ਸਕਦੇ ਹੈਗੇ। But God can lift our head up high. ਉਸ ਵੇਲੇ ਪਰਮੇਸ਼ਰ ਸਾਡਾ ਸਿਰ ਉੱਚਾ ਕਰਦਾ। God was more than David's protection. ਪਰਮੇਸ਼ਰ ਦਾਊਦ ਦੀ ਹਿਫਾਜ਼ਤ ਤੋਂ ਵੱਧ ਕੇ ਸੀਗਾ ਉਹ। He was the one who put David on higher ground, lifting his head up on high. ਪਰਮੇਸ਼ਰ ਜਿਹਨੇ ਦਾਊਦ ਨੂੰ ਉਠਾ ਕੇ ਉੱਚੀ ਜਗ੍ਹਾ ਤੇ ਰੱਖਿਆ, ਉਹਨੂੰ ਸਰਫਰਾਜ਼ ਕੀਤਾ, ਪਰਮੇਸ਼ਰ ਜਿਹਨੇ ਕੀਤਾ, ਰੱਬ ਨੂੰ ਉੱਚਾ ਕੀਤਾ। There was nothing glorious or head lifting in the circumstances which David faced. ਜਿਸ ਹਾਲਾਤ ਦੇ ਵਿੱਚ ਦਾਊਦ ਸੀਗਾ, ਉਹ 'ਚ ਕੋਈ ਸੋਹਣੀ ਗੱਲ ਨਹੀਂ ਸੀਗੀ, ਕੋਈ ਚੰਗੀ ਗੱਲ ਨਹੀਂ ਸੀਗੀ ਕਿ ਕੋਈ ਅੱਛੀ ਗੱਲ ਨਿਕਲੇ ਵਿੱਚੋਂ ਕੋਈ। But there was in his God. But there was in his God. ਪਰ ਉਹਦੇ ਪਰਮੇਸ਼ਰ ਦੇ ਵਿੱਚ ਅੱਛੀ ਗੱਲ ਸੀਗੀ ਨਾ। And look at verse 4. ਚੌਥੀ ਆਇਤ, He says, I cried to the Lord with my voice, and he heard me from his holy hill. चौथी आयत, मैं बुलंद आवाज से खुदावंद के हुजूर फरियाद करता हूँ, David और here, वो अपने कोहे मुकद्दस पर से मुझे जवाब देता है। David here explaining that he prayed to the Lord and the Lord answered him. दाऊद कहता कि मैं कि बुलंद आवाज दे नाल, ਉੱਚੀ ਆਵਾਜ਼ ਦੇ ਨਾਲ ਮੈਂ ਰੱਬ ਨੂੰ ਪੁਕਾਰਿਆ, और ਉਹਨੇ ਮੈਨੂੰ ਜਵਾਬ ਦਿੱਤਾ। And God answered him from the holy place where he sits on high. ਕੋਹੇ ਮੁਕੱਦਸ ਜਗ੍ਹਾ ਤੇ, ਪਾਕ ਮੁਕੱਦਸ ਜਗ੍ਹਾ ਤੇ ਜਿੱਥੇ ਪਰਮੇਸ਼ਰ ਬੈਠਾ ਹੈਗਾ, ਉੱਥੋਂ ਉਹਨੇ ਮੈਨੂੰ ਜਵਾਬ ਦਿੱਤਾ। Brothers and sisters, ਭਰਾਵੋ ਭੈਣੋ, where do you seek your protection? ਤੁਸੀਂ ਆਪਣੀ ਸੁਰੱਖਿਆ ਕਿੱਥੋਂ ਲੱਭਦੇ ਆ? Where do you find your true peace and comfort? ਸੱਚੀ ਸ਼ਾਂਤੀ, ਸੱਚੀ ਤਸੱਲੀ ਤੁਹਾਨੂੰ ਕਿੱਥੋਂ ਮਿਲਦੀ ਆ? Where do you find your strength? ਤੁਹਾਡੀ ਤਾਕਤ ਕਿੱਥੋਂ ਆਉਂਦੀ ਆ? For David, ਦਾਊਦ ਦੇ ਲਈ it's in the Lord, ਉਹਦੀ ਤਾਕਤ ਆਉਂਦੀ ਉਹਦੇ ਪਰਮੇਸ਼ਰ ਤੋਂ, who is a shield all around him. ਉਹਦੇ ਆਲੇ ਢਾਲ ਸੀਗਾ ਉਹ ਸਿਪਰ। And David here overcame fear ਇੱਥੇ ਹੁਣ ਦਾਊਦ ਨੇ ਆਪਣੇ ਡਰ ਉਤੇ ਜਿੱਤ ਪਾ ਲਈ। by trusting God in his most darkest hour. ਆਪਣੀ ਹਨੇਰੀ ਘੜੀ ਵਿੱਚ ਦੀ ਗੁਜ਼ਰਦੇ ਹੋਏ ਦਾਊਦ ਨੇ ਪਰਮੇਸ਼ਰ ਉਤੇ ਭਰੋਸਾ ਕਰਕੇ ਆਪਣੀ ਤਾਕਤ ਹਾਸਲ ਕਰ And ਲਈ। we can do the same. ਅਸੀਂ ਵੀ ਏਦਾਂ ਕਰ ਸਕਦੇ ਹਾਂ। We keep our focus on God and not our circumstances. ਜੇ ਅਸੀਂ ਆਪਣੇ ਹਾਲਾਤ ਤੋਂ ਅੱਖਾਂ ਚੁੱਕ ਕੇ ਅਸੀਂ ਜੇ ਰੱਬ ਵੱਲ ਲਾਉਣੇ ਹੈਗੇ ਨਾ, ਅਸੀਂ ਵੀ ਏਦਾਂ ਕਰ ਸਕਦੇ ਹਾਂ। And in the midst of all this trouble, ਇਸ ਸਭ ਮੁਸ਼ਕਿਲ ਦੇ ਦੌਰਾਨ David is able to lie down and sleep. ਦਾਊਦ ਆਰਾਮ ਦੀ ਨੀਂਦ ਸੌ ਸਕਦਾ। Look at verse 5. ਪੰਜਵੇਂ ਦੇਖੋ, I lay down and slept. ਮੈਂ ਲੇਟ ਕਰ ਸੋ ਗਿਆ। Simple words, but they've got such profound and deep meanings. ਹਲਕੇ ਲਫ਼ਜ਼ ਹੈ ਗਿਆ, ਡੂੰਘਾ ਮਤਲਬ ਹੈਗਾ। ਕੀ ਕਹਿੰਦਾ? ਮੈਂ ਲੇਟ ਗਿਆ, ਮੈਂ ਸੋ ਗਿਆ। Though there are tens of thousands people against David, how is he still able to sleep? ਹਜ਼ਾਰਾਂ 10,000 ਤੋਂ ਜ਼ਿਆਦਾ, ਵੱਧ ਤੋਂ ਵੱਧ ਹਜ਼ਾਰਾਂ ਲੋਕੀ ਉਹਦੇ ਖਿਲਾਫ ਸੀਗੇ, ਉਹਦੇ ਦੁਸ਼ਮਣ ਬਣ ਗਏ ਸੀਗੇ। ਉਹ ਫਿਰ ਵੀ ਕੀ ਕਹਿੰਦਾ? ਮੈਂ ਲੇਟ ਗਿਆ, ਮੈਂ ਸੋ ਗਿਆ। You know, do you ever find that when you worry and you got things on your mind that cost you your sleep? ਕਿ ਸੋਚਿਆ ਸੀ ਜਦੋਂ ਤੁਸੀਂ ਕਈ ਦਫਾ ਲੰਮੇ ਪਏ ਹੁੰਦੇ ਨਾ ਮੰਜੇ ਉੱਤੇ, ਔਰ ਤੁਹਾਡੀਆਂ ਮੁਸ਼ਕਿਲਾਂ ਇੰਨੀਆਂ ਵਧੀਆਂ ਹੁੰਦੀਆਂ ਕਿ ਤੁਹਾਡੀ ਨੀਂਦ ਜਿਹੜੀ ਹੈਗੀ ਉਹ ਗਾਇਬ ਹੋ ਜਾਂਦੀ ਆ। You know, when we have things in our mind throughout the day, it gets translated in the night, and we start having dreams and waking up constantly throughout the night. ਦਿਨ ਨੂੰ ਕੋਈ ਮੁਸ਼ਕਿਲ ਹੁੰਦੀ ਆ, ਦਿਮਾਗ 'ਚ ਘੁੰਮਦੀ ਹੈਗੀ ਆ, ਅਸੀਂ ਰਾਤ ਨੂੰ ਸੌ ਜਾਂਦੇ ਆ, ਪੈ ਜਾਂਦੇ ਆ, ਸਾਨੂੰ ਸੁਪਨੇ ਆਉਂਦੇ ਹੈਗੇ ਆ, ਫਿਰ ਜਾਗ ਜਾਂਦੇ ਰਾਤ ਨੂੰ, ਫਿਰ ਅਸੀਂ ਉਹੀ ਗੱਲਾਂ ਦਿਮਾਗ 'ਚ ਘੁੰਮਦੀਆਂ ਹੁੰਦੀਆਂ। ਸਾਡੀ ਨੀਂਦ ਜਿਹੜੀ ਹੈਗੀ ਨਾ,
ਉਹ ਚੋਰੀ ਕੀਤੀ ਹੁੰਦੀ ਆ ਉਹਨਾਂ ਗੱਲਾਂ ਨੇ। You see, verse 5, ਪੰਜਵੀਂ ਆਇਤ it paints such a beautiful picture. ਇੱਕ ਬਹੁਤ ਸੋਹਣੀ ਤਸਵੀਰ ਬਣਾਈ ਹੋਈ ਹੈਗੀ ਹੈ ਦਾਊਦ ਦੇ ਬਾਰੇ। Because knowing that God is on our side, ਜਾਣਦੇ ਹੋਏ ਕਿ ਰੱਬ ਸਾਡੇ ਵੱਲ ਹੈਗਾ, we can sleep soundly in the midst of chaos. ਅਸੀਂ ਆਪਣੇ ਮੰਜੇ ਤੇ ਜਾ ਕੇ ਆਰਾਮ ਨਾਲ ਸੌ ਸਕਦੇ ਹੈਗੇ ਆ। It's something Jesus did so beautifully when he was on the boat, ਪ੍ਰਭੂ ਜਦੋਂ ਕਿਸ਼ਤੀ ਤੇ ਸੀਗੇ ਕਿੰਨੀ ਸੋਹਣੀ ਤਰ੍ਹਾਂ ਨਾਲ ਪ੍ਰਭੂ ਨੇ as he ਕੀਤਾ। slept through a lethal storm. ਬਾਹਰ ਤੂਫਾਨ ਸੀਗਾ, ਆਂधी ਸੀਗੀ, ਬੁਰਾ ਹਾਲ ਸੀਗਾ, ਪ੍ਰਭੂ ਸੁੱਤੇ ਪਏ ਆ। The disciples were worrying, panicking. ਚੇਲੇ ਘਬਰਾਏ ਹੋਏ ਡਰਦੇ ਸੀਗੇ। But look at Jesus, ਪ੍ਰਭੂ ਯੀਸ਼ੂ ਮਸੀਹ ਵੱਲ ਦੇਖੋ, a beautiful Savior, resting so peacefully and calm. ਸੋਹਣਾ ਮੁਕਤੀਦਾਤਾ ਕਿਸ਼ਤੀ ਵਿੱਚ ਆਰਾਮ ਨਾਲ ਸੁੱਤੇ ਪਏ ਹੈਗੇ ਆਪਣੀ ਨੀਂਦ, Because he had confidence in the Father. ਕਿਉਂਕਿ ਪ੍ਰਭੂ ਯੀਸ਼ੂ ਮਸੀਹ ਨੂੰ ਆਪਣੇ ਪਰਮੇਸ਼ਰ ਤੇ ਭਰੋਸਾ ਸੀਗਾ। And David had confidence in his God. ਦਾਊਦ ਨੂੰ ਵੀ ਇਸੇ ਤਰ੍ਹਾਂ ਆਪਣੇ ਪਰਮੇਸ਼ਰ ਉੱਤੇ ਭਰੋਸਾ ਸੀਗਾ। Because he focused on God and not his problems. ਉਹਦੇ ਅੱਖਾਂ ਪ੍ਰਭੂ ਤੇ ਲੱਗੀਆਂ ਸੀਗੀਆਂ, ਨਾ ਕਿ ਆਪਣੀਆਂ ਮੁਸ਼ਕਿਲਾਂ ਉੱਤੇ। And he was able to sleep. ਸੌ ਸਕਿਆ। You know, as I started to get a bit older, sleep is something that I really value. Especially with the kids. ਜੋ ਅਸੀਂ ਸਿਆਣੇ ਹੋਏ ਭਾਈ, ਮੈਂ ਆਪਣੀ ਗੱਲ ਕਰਦਾ, ਉਦਾਂ ਵੀ ਜੋ ਅਸੀਂ ਸਿਆਣੇ ਹੋਏ ਨਾ, ਨੀਂਦ ਜਿਹੜੀ ਹੈਗੀ ਨਾ ਫਿਰ ਬੜੀ ਪਿਆਰੀ ਹੁੰਦੀ ਹੈ। ਕਿਉਂਕਿ ਬੱਚਿਆਂ ਦੇ ਨਾਲ ਨਾ ਮਾਂ ਪਿਓ ਜਿਹੜੇ ਬੱਚੇ ਪਾਲਦੇ ਆ, ਮਾਰੀ ਵੀ ਨੀਂਦ ਜਿਹੜੀ ਹੈਗੀ ਨਾ ਬਹੁਤ ਤਰਸਦੀ ਨੀਂਦ ਦੇ ਲਈ। But I have to admit, it's hard sometimes to sleep because, you know, we're all weak, we're all frail, and at times I find myself waking up at night as well. ਕਹਿੰਦੇ ਕਿ ਮੈਂ ਵੀ ਕਹਿੰਦੇ ਕਮਜ਼ੋਰ ਹਾਂ, ਮੈਂ ਵੀ ਨਤਾਨਾ ਹੈਗਾ, ਮੈਂ ਵੀ ਮਹਿਸੂਸ ਕਰਦਾ ਕਿ ਨਾ ਨਿਆਣਿਆਂ ਨਾਲ ਸਤਾਉਂਦੇ ਆ ਨਾ ਕਿ ਰਾਤ ਨੂੰ ਮੈਨੂੰ ਜਾਗ ਆਉਂਦੀ ਹੈਗੀ ਆ। But sleep is a beautiful thing. ਪਰ ਨੀਂਦ ਬਹੁਤ ਸੋਹਣੀ ਚੀਜ਼ ਹੈਗੀ ਆ। And it's even better to know that we can sleep in confidence in God's providence. ਕਈਆਂ ਨੂੰ ਤਾਂ ਨੀਂਦ ਬਹੁਤ ਸੋਹਣੀ ਲੱਗਦੀ ਹੈਗੀ, ਬਹੁਤ ਜ਼ਿਆਦਾ ਸੋਹਣੀ ਲੱਗਦੀ ਹੈਗੀ ਆ, ਪਰ ਚੰਗੀ ਗੱਲ ਆ ਕਿ ਅਸੀਂ ਆਪਣੀ ਨੀਂਦ ਪਰਮੇਸ਼ਰ ਦੇ ਵਿੱਚ ਕਰ ਸਕਦੇ ਹੈਗੇ ਆ, ਉਸ ਆਸ ਦੇ ਨਾਲ ਜਾਣ ਕੇ ਕਿ ਪ੍ਰਭੂ ਸਾਨੂੰ ਸੰਭਾਲ ਕੇ ਰੱਖਦਾ। And sleep is amazing because God sustains us in our sleep. ਔਰ ਨੀਂਦ ਵੀ ਕਿੰਨੀ ਅਜੀਬ ਚੀਜ਼ ਹੈਗੀ ਆ ਕਿ ਸੁੱਤੇ ਪਿਆ ਨੂੰ ਵੀ ਪਰਮੇਸ਼ਰ ਸਾਨੂੰ ਸੰਭਾਲ ਕੇ ਰੱਖਦਾ। You know, when we're asleep, our organs are still operating. ਅਸੀਂ ਜੋ ਸੁੱਤੇ ਪਏ ਹੋਣੇ ਨਾ, ਸਾਡੇ ਬਾਕਾਂ ਦੀ ਸਾਰੀ ਜਿਹੜੀ ਮਸ਼ੀਨਰੀ, ਸਾਡੀ ਮਸ਼ੀਨ ਚੱਲਦੀ ਰਹਿੰਦੀ ਆ, ਅਸੀਂ ਸੁੱਤੇ ਹੁੰਦੇ ਆ। All our machinery, as Uncle said, yes, all still working 24/7. ਸਾਡੇ ਪੁਰਜੇ ਚੱਲਦੇ, ਅਸੀਂ ਸੁੱਤੇ ਹੁੰਦੇ, ਸਾਡੇ ਪੁਰਜੇ ਚੱਲਦੇ ਰਹਿੰਦੇ ਆ, ਕਈਆਂ ਦੇ ਜ਼ਿਆਦਾ, ਕਈਆਂ ਦੇ ਥੋੜੇ। And God sustains us. ਪਰ ਪ੍ਰਭੂ ਫਿਰ ਵੀ ਅਜੀਬ ਤਰੀਕੇ ਨਾਲ ਸਾਨੂੰ ਸੰਭਾਲ ਲੈਂਦੇ ਆ। And the same God who sustains us in our sleep ਜਿਹੜਾ ਪ੍ਰਭੂ ਸਾਨੂੰ ਸੁੱਤੇ ਪਿਆ ਨੂੰ ਸੰਭਾਲਦਾ, will also sustain us when we are awake and we face life's ਉਹ difficulties. ਸਾਨੂੰ ਉਦੋਂ ਵੀ ਸੰਭਾਲੂਗਾ ਜਦੋਂ ਅਸੀਂ ਜਾਗਾਂਗੇ, ਜਦੋਂ ਮੁਸ਼ਕਲਾਂ ਦਾ ਫਿਰ ਸਾਹਮਣਾ ਕਰਾਂਗੇ ਨਾ, ਫਿਰ ਸਾਨੂੰ ਸੰਭਾਲੂਗਾ। You see, sleep and resting in the Lord is a sign of trust. ਪ੍ਰਭੂ ਦੇ ਵਿੱਚ ਸੌਣਾ, ਪ੍ਰਭੂ ਦੇ ਵਿੱਚ ਆਰਾਮ ਕਰਨਾ, ਪ੍ਰਭੂ ਦੇ ਵਿੱਚ ਲੇਟ ਜਾਣਾ, ਇਹ ਨਿਸ਼ਾਨ ਹੈਗੇ ਆ ਪ੍ਰਭੂ ਦਾ ਜਿਹੜਾ ਸਾਡਾ ਭਰੋਸਾ ਹੈਗਾ ਪ੍ਰਭੂ ਦੇ ਉੱਤੇ। Sleeping in chaos is a sign that your soul is anchored in the faith of the Lord. ਜਦੋਂ ਅਸੀਂ ਮੁਸ਼ਕਿਲ ਦੇ ਵਿੱਚ ਵੀ ਜਾਂਦੇ ਹੋਏ ਅਸੀਂ ਆਰਾਮ ਦੀ ਨੀਂਦ ਸੌ ਸਕਦੇ ਹੈਗੇ ਨਾ, ਤੇ ਇਹਦਾ ਮਤਲਬ ਕੀ ਹੁੰਦਾ ਕਿ ਸਾਡੀ ਜਿਹੜੀ ਜੜ ਹੈਗੀ ਆ, ਸਾਡੀ ਬੁਨਿਆਦ ਜਿਹੜੀ ਹੈਗੀ ਆ, ਸਾਡਾ ਜਿਹੜਾ ਲੰਗਰ ਹੈਗਾ ਉਹ ਪਰਮੇਸ਼ਰ ਦੇ ਵਿੱਚ ਪੂਰੀ ਤਰ੍ਹਾਂ ਹੈਗਾ। Look at verse 6. Look at verse 6. ਛੇਵੀਂ ਆਇਤ ਦੇਖੋ, I will not be afraid of 10,000s of people who have set themselves against me all around. मैं उन 10,000 आदमियों से नहीं डरने का जो गिरदा गिर्द मेरे खिलाफ सफा बसता है। जेरे मेरे खिलाफ जेरे ठहरे हुए हैगे ना औजार लेके, मुड़ तो भी नहीं डरदा। Look at David. देखो, He's saying, I will not be afraid. मैं कहता नहीं डरूंगा उन्हें 10,000 आदमियों तो भी। Numbers meant nothing against the power of God. परमेश्वर की ताकत अगे, परमेश्वर की ताकत अगे इंसाना दी गिनती कुछ भी नहीं हैगी, नंबर 10,000 कुछ भी नहीं है उसले। Here David is remembering that the Lord is his shepherd दाऊद ने चेता यहोवा चरवाहा मेरा, who protected him. ਉਹਨੂੰ ਕੋਈ ਕਮੀ ਨਹੀਂ ਹੈਗੀ, ਉਹਦੀ ਹਿਫਾਜ਼ਤ ਕਰਦਾ। ਦਾਊਦ ਨੂੰ ਪਤਾ ਸੀਗਾ। And thirdly, the third point, ਤੀਸਰੀ ਗੱਲ, that we can trust in God for deliverance. ਬਚਾਵ ਦੇ ਲਈ ਅਸੀਂ ਪਰਮੇਸ਼ਰ ਦੇ ਉੱਤੇ ਪੂਰੇ ਦਾ ਪੂਰਾ ਭਰੋਸਾ ਰੱਖ ਸਕਦੇ And we ਹਾਂ। can see this in verses 7 to 8. 7 ਤੋਂ 8 ਆਇਤ, God had delivered David. ਪਰਮੇਸ਼ਰ ਨੇ ਦਾਊਦ ਨੂੰ ਬਚਾ ਲਿਆ। These verses highlight David's confidence in the Lord to deliver him. 7-8 ਆਇਤਾਂ ਵਿੱਚ 7-8 ਆਇਤ ਵਿੱਚ ਤੁਹਾਨੂੰ ਪਤਾ ਲੱਗਦਾ ਪੜ੍ਹ ਕੇ ਕਿ ਦਾਊਦ ਦਾ ਕਿੰਨਾ ਭਰੋਸਾ ਸੀਗਾ ਪ੍ਰਭੂ ਤੇ ਕਿ ਮੇਰਾ ਪਰਮੇਸ਼ਰ ਮੈਨੂੰ ਸੰਭਾਲ ਕੇ ਰੱਖੂਗਾ ਜੋ ਮਰਜ਼ੀ ਹੋਵੇ। ਇਸ ਕਰਕੇ 7-8 ਆਇਤ ਜਿਹੜੀ ਹੈਗੀ ਨਾ ਬਹੁਤ ਸੋਹਣੀ ਆਇਤ ਆ। Verse 7 begins with, Arise, O Lord, save me, O my God. 7ਵੀਂ ਆਇਤ, ਉੱਠ ਸ਼ੁਰੂ, ਉੱਠ ਐ ਖੁਦਾਵੰਦ
ऐ मेरे खुदा मुझे बचा ले। See, David is asking the Lord to intervene. दाऊद कहता प्रभु ਨੂੰ कि प्रभु ਹੁਣ तू कर कुछ। He's not taking matters into his own hands. दाऊद ਇਹ ਨਹੀਂ ਕਹਿੰਦਾ कि मैं आप ही कर लूंगा। He's not relying on his own strength. दाऊद ਨੂੰ ਆਪਣੀ ਤਾਕਤ ਤੇ ਭਰੋਸਾ ਨਹੀਂ ਹੈਗਾ। He's relying on the strength of the Lord. ਰੱਬ ਨੂੰ ਕਹਿੰਦਾ Arise, O Lord, are the very first words that he says in verse. ਕਿਹੜੇ ਉਹਦੇ ਕਿਹੜੇ ਲਫ਼ਜ਼ ਨਿਕਲਦੇ ਮੂੰਹ ਦੇ ਵਿੱਚੋਂ ਕਹਿੰਦਾ ਉੱਠ ਐ ਖੁਦਾਵੰਦ। This reminds us that God is our faithful protector. ਪਰਮੇਸ਼ਰ ਸਾਡਾ ਵਫਾਦਾਰ ਹਿਫਾਜ਼ਤ ਕਰਨ ਵਾਲਾ ਹੈਗਾ। That we need to know that when we go through life's conflicts and difficulties, he will protect us. ਸਾਨੂੰ ਜਾਣਨਾ ਜ਼ਰੂਰੀ ਆ। ਅਸੀਂ ਜਦੋਂ ਜ਼ਿੰਦਗੀ ਦੀ ਮੁਸ਼ਕਲਾਂ ਥਾਣੀ ਜਾਂਦੇ ਆ, ਜਦੋਂ ਜੈ ਥਾਣੀ ਜਾਂਦੇ ਹੈਗੇ, ਜਦੋਂ ਜ਼ਿੰਦਗੀ ਦੀਆਂ ਗੱਲਾਂ ਥਾਣੀ ਜਾਂਦੇ ਹੈਗੇ ਆ ਕਿ ਪਰਮੇਸ਼ਰ ਉੱਠ ਕੇ ਸਾਡੇ ਅੱਗੇ ਅੱਗੇ ਜਾਂਦਾ, ਉਹ ਸਾਡੀ ਹਿਫਾਜ਼ਤ ਕਰਦਾ। Relying on God's power. ਪਰਮੇਸ਼ਰ ਦੀ ਤਾਕਤ ਉੱਤੇ ਭਰੋਸਾ ਕਰਨਾ। Not through our own strength, ਆਪਣੀ ਤਾਕਤ ਵਿੱਚ ਨਹੀਂ, but through the Lord's. ਪਰਮੇਸ਼ਰ ਦੀ ਤਾਕਤ ਦੁਆਰਾ। And this verse continues. ਅੱਗੇ ਚੱਲਦੀ For ਆਇਤ you have struck all my enemies on the cheekbone. You have broken the teeth of the ungodly. क्योंकि तूने मेरे सब दुश्मनों को जबड़े पर मारा है, तूने शरीरों के दांत तोड़ डाले हैं। God here had already defeated the powers that sought to break David. परमेश्वर ने ਉਹਨਾਂ ਤਾਕਤਾਂ ਨੂੰ ਪਹਿਲੇ ਹਰਾਤਾ ਸੀਗਾ ਜਿਹੜੀਆਂ ਤਾਕਤਾਂ ਕੋਸ਼ਿਸ਼ ਕਰਦੀਆਂ ਸੀਗੀਆਂ ਦਾਊਦ ਨੂੰ ਤੋੜਨ ਦੇ ਲਈ। It's quite graphic here. ਬਹੁਤ ਡੂੰਘੀ ਗੱਲ ਲਿਖੀ ਹੈ ਇੱਥੇ। You have struck all my enemies on the cheekbone and broken their teeth. ਪ੍ਰਭੂ ਤੂੰ ਤਾਂ ਪਹਿਲੇ ਹੀ ਮੇਰੇ ਦੁਸ਼ਮਣਾਂ ਨੂੰ ਜਵਾੜੇ ਉੱਤੇ ਮਾਰ ਕੇ ਮੁੱਕਾ ਮਾਰ ਕੇ ਤੂੰ ਤਾਂ ਉਹਨਾਂ ਦੇ ਪਹਿਲੇ ਦੰਦ ਉਹਨਾਂ ਦੇ ਭੰਨ ਦਿੱਤੇ ਹੈਗੇ ਆ। Look at verse 8. 8ਵੀਂ ਆਇਤ। Salvation belongs to the Lord. नजात खुदावंद की तरफ से है। Jonah said these very words जोना भी यही कहता, from the belly of the great fish. जोना भी यही कहता, ਜਦੋਂ ਮੱਛੀ ਪੇਟ ਸੀਗਾ ਨਾ, जोना भी यही ਗੱਲ ਕਹਿੰਦਾ ਹੈਗਾ। Jonah said salvation belongs to the Lord. जोना ਕਹਿੰਦਾ ਨਜਾਤ ਰੱਬ ਵੱਲੋਂ ਆਉਂਦੀ ਆ। Salvation is a gift from God. ਨਜਾਤ ਤੋਹਫਾ ਹੈਗਾ ਪਰਮੇਸ਼ਰ ਵੱਲੋਂ। It's God alone who can save. ਸਿਰਫ ਪਰਮੇਸ਼ਰ ਹੈ ਜਿਹੜਾ ਬਚਾ ਸਕਦਾ। And he's this fountain of where help and salvation comes from. ਪਰਮੇਸ਼ਰ ਹੈਗਾ ਸੋਤਾ ਜਿੱਥੋਂ ਤਾਕਤ ਔਰ ਬਰਕਤ ਔਰ ਸੁਰੱਖਿਆ ਹੁੰਦੀ ਆ। And David realized his deliverance would only come from God. ਦਾਊਦ ਨੇ ਪਤਾ ਕਿ ਮੇਰੀ ਨਜਾਤ, ਮੇਰਾ ਜਿਹੜਾ ਛੜਾ ਨਿਸਤਾਰਾ ਹੈਗਾ ਸਿਰਫ ਔਰ ਸਿਰਫ ਰੱਬ ਕੋਲ ਆਉਣਾ। And in the same way, we can trust in God to deliver us. ਅਸੀਂ ਵੀ ਦੇਖ ਸਕਦੇ ਹਾਂ ਕਿ ਪ੍ਰਭੂ ਸਾਨੂੰ ਵੀ ਇਸੇ ਤਰ੍ਹਾਂ ਬਚਾਵੇ, ਸਾਡਾ ਨਿਸਤਾਰਾ ਕਰੇ। David recognizes that the ultimate victory rests in the Lord's hands. ਦਾਊਦ ਨੇ ਮਹਿਸੂਸ ਕੀਤਾ ਅਖੀਰਲੀ ਜਿਹੜੀ ਜਿੱਤ ਹੈਗੀ ਨਾ ਉਹ ਰੱਬ ਦੇ ਹੱਥਾਂ ਵਿੱਚ ਹੀ ਆ। How can we boldly say in the midst of our problems that salvation belongs to the Lord? ਅਸੀਂ ਕਿੱਦਾਂ ਕਹਿ ਸਕਦੇ ਕਿ ਆਪਣੀ ਮੁਸ਼ਕਿਲ ਦੇ ਵਿੱਚ ਦੀ ਗੁਜ਼ਰਦੇ ਹੋਏ ਅਸੀਂ ਕਿੱਦਾਂ ਕਹਿ ਸਕਦੇ ਕਿ ਜਿੱਤ ਪਰਮੇਸ਼ਰ ਦੀ ਆ। The key is the Lord Jesus Christ, our Savior. ਪ੍ਰਭੂ ਯਿਸੂ ਮਸੀਹ ਜਿਹੜਾ ਸਾਡਾ ਮੁਕਤੀਦਾਤਾ ਹੈ, ਜਿੱਤ ਉਹਦੀ ਆ। And if you look at the last sentence of verse 8, 8ਵੀਂ ਆਇਤ ਦੀ ਅਖੀਰਲੀ ਲਾਈਨ ਪੜੋ। he ends it so beautifully. ਬਹੁਤ ਸੋਹਣੇ ਤਰੀਕੇ ਨਾਲ ਜ਼ਬੂਰ ਖਤਮ ਕਰਦਾ ਅਖੀਰਲੀ ਲਾਈਨ ਪੜ ਕੇ। He says, your blessing is upon your people. तेरे लोगों पर तेरी बरकत है। Here acknowledging that it is the Lord who blesses his people. ਇਕਰਾਰ ਕਰਦਾ ਕਿ ਪਰਮੇਸ਼ਰ ਹੀ ਹੈ ਜਿਹੜਾ ਆਪਣੇ ਲੋਕਾਂ ਨੂੰ ਬਰਕਤ ਦਿੰਦਾ, ਹੋਰ ਕੋਈ ਨਹੀਂ। And in conclusion, ਅੰਤ ਦੇ ਵਿੱਚ God invites you to come to him. ਪਰਮੇਸ਼ਰ ਤੁਹਾਨੂੰ ਸਦਾ ਦਿੰਦੇ ਆ ਕਿ ਤੁਸੀਂ ਉਹਦੇ ਕੋਲ ਆਓ। Just as David did, as I mentioned in the first point, God wants us to cry out to him through prayer. ਦਾਊਦ ਜਿੱਦਾਂ ਕਰਦਾ, ਪ੍ਰਭੂ ਚਾਹੁੰਦਾ ਸਾਡੇ ਕੋਲੋਂ ਵੀ ਅਸੀਂ ਮੁਸ਼ਕਿਲ ਤਾਂ ਨਹੀਂ ਜਾਂਦੇ ਆ, ਕਿਸੇ ਮਸਲੇ ਤਾਂ ਨਹੀਂ ਜਾਂਦੇ ਆ, ਪ੍ਰਭੂ ਚਾਹੁੰਦਾ ਕਿ ਅਸੀਂ ਵੀ ਉਹਦੇ ਅੱਗੇ ਆ ਕੇ ਰੋਈਏ, ਦੁਹਾਈ ਦਈਏ। And God wants to take all that pain, all that hurt, that anxiety and worry, and he wants to replace it with peace. ਸਾਰਾ ਦੁੱਖ, ਸਾਰਾ ਦਰਦ, ਸਾਰਾ ਤਣਾਅ, ਸਾਰੀ ਜ਼ਹਿਨੀ ਜਿਹੜੀ ਹਾਲਤ ਹੈਗੀ ਹੈ ਸਾਰਾ ਕੁਝ ਲੈ ਕੇ ਨਾ ਪ੍ਰਭੂ ਬਦਲ ਕੇ ਦੇ ਕੀ ਦੇਣਾ ਚਾਹੁੰਦਾ ਹੈਗਾ, ਆਪਣੀ ਸ਼ਾਂਤੀ, ਆਪਣਾ ਇਤਮਾਨਾਨ, ਆਪਣਾ ਤਹੱਮੁਲ। And God may not answer your prayer in the way that you want him to. ਹੋ ਸਕਦਾ ਪ੍ਰਭੂ ਸਾਡੀ ਪ੍ਰਾਰਥਨਾ ਦਾ ਜਵਾਬ ਉਸ ਤਰ੍ਹਾਂ ਨਾ ਦੇਵੇ ਜਿੱਦਾਂ ਅਸੀਂ ਚਾਹੁੰਦੇ ਹਾਂ ਕਿ ਜਵਾਬ ਮਿਲੇ, But he will respond in the way which is best for you. ਪਰ ਪ੍ਰਭੂ ਹਮੇਸ਼ਾ ਉਹੀ ਕਰੂਗਾ ਉਹਦੀ ਨਜ਼ਰ ਵਿੱਚ ਜੋ ਸਹੀ ਹੈਗਾ, ਨਾ ਕਿ ਜੋ ਸਾਨੂੰ ਚਾਹੀਦਾ ਹੈਗਾ। And at times we simply won't understand why God does what he does. ਅਸੀਂ ਕਈ ਵਾਰ ਸੋਚਦੇ ਕਿ ਜੋ ਪ੍ਰਭੂ ਕਰਦਾ ਹੈਗਾ ਨਾ ਉਹ ਕਿਉਂ ਏਦਾਂ ਕਰਦਾ ਹੈਗਾ, ਕਿਉਂ ਏਦਾਂ ਹੋਇਆ ਹੈਗਾ। But whatever the Lord does for us is for our greater good. ਪਰ ਜੋ ਕੁਝ ਵੀ ਪ੍ਰਭੂ ਕਰਦਾ ਨਾ ਸਾਡੇ ਲਈ ਉਹ ਸਾਡੇ ਹੀ ਭਲੇ ਦੇ ਲਈ ਕਰਦਾ ਹੈਗਾ, ਹੋਰ ਕੁਝ ਨਹੀਂ। Psalm 3 is a great reminder to us. ਜ਼ਬੂਰ 3 ਇੱਕ ਬਹੁਤ ਸੋਹਣੀ ਯਾਦਗਾਰੀ ਦਾ ਜ਼ਬੂਰ ਹੈਗਾ ਸਾਡੇ ਲਈ। That even David, ਦਾਊਦ ਵੀ, a man who was so after God's own heart, ਦਾਊਦ ਜਿਹੜਾ ਪਰਮੇਸ਼ਰ ਦੇ ਦਿਲ ਦੇ ਬਗਤ ਚੱਲਣ ਵਾਲਾ ਇਨਸਾਨ ਸੀਗਾ,
Even David struggled with fear. ਦਾਊਦ ਨੂੰ ਵੀ ਡਰ ਦੇ ਨਾਲ ਦਾਊਦ ਨੂੰ ਵੀ ਡਰ ਹੁੰਦਾ ਸੀਗਾ He wasn't perfect. ਸੰਪੂਰਨ ਨਹੀਂ ਸੀਗਾ He at times was weak. ਕਮਜ਼ੋਰ ਸੀਗਾ ਉਹ But when he was in trouble, he relied on the strength of the Lord. ਪਰ ਜਦੋਂ ਉਹ ਮੁਸ਼ਕਿਲ ਚ ਆਉਂਦਾ ਸੀਗਾ ਨਾ ਜਦੋਂ ਆਪ ਕਮਜ਼ੋਰ ਹੋ ਜਾਂਦਾ ਸੀਗਾ ਫਿਰ ਉਹ ਪਰਮੇਸ਼ਰ ਦੀ ਤਾਕਤ ਉੱਤੇ ਭਰੋਸਾ ਰੱਖਦਾ ਸੀਗਾ When you feel overwhelmed, ਜਦ ਤੁਹਾਡੇ ਤੇ ਜਦੋਂ ਮੁਸ਼ਕਿਲ ਹਾਵੀ ਹੋ ਜਾਂਦੀ ਆ remember you're not standing alone. ਤੁਸੀਂ ਇਕੱਲੇ ਨਹੀਂ ਖੜੇ ਹੈਗੇ What a privilege it is for the believer here today to know that we have God not only in this life, but for eternity. ਕਿੰਨੀ ਵੱਡੀ ਆਦਤ ਦੀ ਗੱਲ ਹੈ ਕਿ ਵਿਸ਼ਵਾਸੀ ਨੂੰ ਜਾਣਨ ਦੇ ਲਈ ਕਿ ਸਾਡੇ ਕਦੇ ਕੋਈ ਮੁਸ਼ਕਿਲ ਆਉਂਦੀ ਹੈ ਕਿ ਸਿਰਫ ਹੁਣ ਨਹੀਂ ਮੰਡਲੀ ਵਿੱਚ ਨਹੀਂ ਪਰ ਆਉਣ ਵਾਲੇ ਜਹਾਨ ਦੇ ਵਿੱਚ ਵੀ ਨਾ ਸਰਗ ਪਰਮੇਸ਼ਰ ਹੈਗਾ ਜਿਹੜਾ ਸਾਨੂੰ ਸਹਾਰਾ ਦਿੰਦਾ ਸਾਰੀ ਮਦਦ ਕਰਦਾ And for those who don't know him, ਜਿਹੜੇ ਨਹੀਂ ਜਾਣਦੇ ਪ੍ਰਭੂ ਨੂੰ I urge you this morning, ਅੱਜ ਤੱਕ ਤੁਹਾਡੇ ਕੀ ਮਿਹਨਤ ਕਰਦੇ ਦਰਖਾਸਤ ਕਰਦੇ ਆ turn to him. ਮੁੜੋ ਉਹਦੇ ਵੱਲ Have a friend in Jesus. ਪ੍ਰਭੂ ਯੀਸ਼ੂ ਮਸੀਹ ਜੀ ਦਾ ਇੱਕ ਦੋਸਤ ਬਣਾਓ How amazing it is to know that we can leave all our problems and all our burdens to him. who ਕਿੰਨੀ can ਸੋਹਣੀ carry ਗੱਲ ਆ us. ਜਾਣਦੇ ਕਿ ਅਸੀਂ ਸਾਰੀਆਂ ਮੁਸ਼ਕਿਲਾਂ ਸਾਰੇ ਦੁੱਖ ਸਾਰੇ ਦਰਦ ਸਾਰੇ ਬੋਝ ਸਾਰੀਆਂ ਸਮੱਸਿਆਵਾਂ ਲਿਆ ਕੇ ਅਸੀਂ ਪ੍ਰਭੂ ਯੀਸ਼ੂ ਮਸੀਹ ਦੇ ਚਰਨਾਂ 'ਚ ਲੈ ਕੇ ਰੱਖ ਸਕਦੇ ਹਾਂ But we need to receive him into our hearts and accept him into our hearts. ਇਹ ਕਰਨ ਤੋਂ ਪਹਿਲਾਂ ਉਹਨੂੰ ਆਪਣੇ ਦਿਲ ਦੇ ਵਿੱਚ ਸੱਦਾ ਦਿਓ ਉਹਨੂੰ ਆਪਣੇ ਦਿਲ 'ਚ ਬੁਲਾਓ ਪ੍ਰਭੂ ਨੂੰ ਕਹੇ ਮੇਰੇ ਦਿਲ 'ਚ ਆਓ ਮਾਫੀ ਮੰਗੋ ਪਾਪਾਂ ਤੋਂ ਤੌਬਾ ਕਰੋ Amen. ਆਮੀਨ Thank you for listening to this message. For further information, visit www.emmanuelhansworth.org.uk.